ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੜਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਇਆਂ ਨੂੰ। ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਦੀਆਂ ਠੰਡੀਆਂ ਹਵਾਵਾਂ ਤੋਂ ਬੋਲ ਰਹੇ ਹੋ ਜਾਂ ਫਿਰ ਅੰਮ੍ਰਿਤਸਰ ਤੋਂ, ਜਿੱਥੇ ਇਸ ਵਕਤ ਹਨੇਰੀ ਕਹਿੰਦੇ ਕਾਫੀ? ਥੋੜੀ ਜੀ ਬੇਨਤੀ ਕਹਿੰਦਾ ਜੀ, ਅੱਜ ਮੈਂ ਤੁਹਾਡੇ ਨਾਲ ਪ੍ਰੋਗਰਾਮ ਕਰ ਰਿਹਾ, ਕੱਲ ਵਾਲਾ ਪ੍ਰੋਗਰਾਮ ਸ਼ਾਇਦ ਨਾ ਕਰ ਸਕਾਂ। ਜੇ ਸ਼ਾਮਾਂ ਨੂੰ ਲਾਈਨ ਤੇ ਲੈਣੇ ਤੇ ਬਹੁਤ ਵਧੀਆ, ਕਿ ਕੱਲ ਜਦੋਂ ਆਪਣਾ ਡੋਗਰੀ ਪ੍ਰੋਗਰਾਮ ਸ਼ੁਰੂ ਹੋਣਾ ਟਾਈਮ ਤੇ ਮੈਂ ਜਾ ਚੁੱਕਾ। ਕੋਈ ਗੱਲ ਨਹੀਂ ਜੀ, ਫੇਰ ਕੀ ਹੋਇਆ, ਨੋ ਪ੍ਰੋਬਲਮ। ਜੇ ਪਹੁੰਚ ਗਏ ਤੁਸੀਂ ਤੇ ਵਧੀਆ, ਜੇ ਨਹੀਂ ਪਹੁੰਚੇ ਤੇ ਫਿਰ ਆਪਾਂ ਗੱਲਬਾਤ ਕਰਾਂਗੇ। ਸਵੇਰ ਵਾਲੇ ਸ਼ੋਅ ਦੇ ਵਿੱਚ ਤਾਂ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਚੜ੍ਹਦੀ ਕਲਾ ਚ ਰਹੋ, ਤੁਸੀਂ ਵਾਪਸ ਆਓ। 1984 ਦੇ ਸਿੱਖ ਕਤਲੇਆਮ ਕਿੰਨੇ ਵਰੇ ਹੋ ਗਏ? ਹਾਂਜੀ 38 ਵਰੇ ਹੋ ਗਏ। 38 ਹਾਂਜੀ 36 ਤੇ ਆਪਾਂ ਗੱਲ ਕਰ ਲਈਏ 37। 2 ਹੋਰ ਦੋਸ਼ੀ ਗ੍ਰਿਫਤਾਰ ਹੋਏ ਨੇ ਇਸ ਕਤਲੇਆਮ ਵਿੱਚ। ਇੱਕ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੀ ਦਿੱਤੀ ਦਰਖਾਸਤ। ਕੀ ਕਹਿਣਾ ਚਾਹੋਗੇ? ਜਿੱਥੇ ਤੱਕ ਇਹਨਾਂ ਦੋਸ਼ੀਆਂ ਦੀ ਗੱਲ ਹੈ ਜੀ, ਸਾਨੂੰ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਿੱਲੀ ਸਾਡੀ ਰਾਜਧਾਨੀ, ਜਿੱਥੇ 190 ਦੇਸ਼ਾਂ ਦੇ ਕੂਟਕ ਰਹਿੰਦੇ ਹੋਣ, ਰਾਸ਼ਟਰਪਤੀ ਰਹਿੰਦਾ ਹੋਵੇ, ਪ੍ਰਧਾਨ ਮੰਤਰੀ ਰਹਿੰਦਾ ਹੋਵੇ, ਤਿੰਨ ਸਨਾਵਾਂ ਦੇ ਮੁਖੀ ਰਹਿੰਦੇ ਹੋਣ, ਸਰਵਉੱਚ ਅਦਾਲਤ ਦਾ ਜਿਹੜਾ ਸੁਪਰੀਮ ਕੋਰਟ ਦਾ ਮੁਖੀ ਰਹਿੰਦਾ ਹੋਵੇ, ਤੇ ਉਹ ਜਗ੍ਹਾ ਦੇ ਉੱਤੇ ਸ਼ਰੇਆਮ ਕਤਲੇਆਮ 3 ਦਿਨ ਹੁੰਦਾ ਰਹੇ ਤੇ ਕਿਸੇ ਦੇ ਕੰਨ ਤੇ ਪੀ ਨਾ ਸਕੇ। ਇਦੋਂ ਵੱਡੀ ਤਰਾਸਦੀ ਸਾਡੇ ਦੇਸ਼ ਦੀ ਹੋ ਸਕਦੀ, ਮੈਨੂੰ ਸਮਝ ਨਹੀਂ ਸਕਦੀ, ਜੇ ਕਿ ਸਮਝਾਈ ਜੁਗਾ। ਜੇ ਅਗਲੀ ਗੱਲ ਕਰੀਏ ਆਪਾਂ ਇਸ ਗੱਲ ਦੀ ਕਿ ਇਹ ਜਿਹੜੀ ਘਟਨਾ ਵਾਪਰੀ ਆ, ਇਹ ਘਟਨਾ ਇੱਕ ਮਿੱਥ ਕੇ ਵਾਪਰੀ। 3350 ਬੰਦੇ ਜਿਹੜੀ ਸਰਕਾਰੀ ਰਿਪੋਰਟ ਆ, 3350 ਸਿੱਖਾਂ ਨੂੰ ਜਿਹੜਾ ਸੀ ਲੂ ਕੇ ਮਾਰਿਆ ਗਿਆ, ਕਸੀਰ ਕੇ ਮਾਰਿਆ ਗਿਆ, ਉਹਨਾਂ ਦੇ ਗਲਾਂ ਚ ਟੈਰ ਪਾਏ ਗਏ। 127 ਬੰਦੇ ਜਿਹੜੇ ਸੀ ਉਹ ਕਾਨਪੁਰ ਦੇ ਲੜੇ ਤੇ ਕਾਨਪੁਰ ਦੇ ਜਿਸ ਤਰੀਕੇ ਨਾਲ ਹੁਣ ਸਾਹਮਣੇ ਗੱਲਾਂ ਆ ਰਹੀਆਂ ਨੇ, ਉੱਥੇ 2019 ਦੇ ਵਿੱਚ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਜੋਗੀ ਜੱਟਿਆ ਦਾ ਇੱਕ ਚਿੱਟ ਬਣਾਈ। DIG ਬਲੇਂਦੂ ਭੂਸ਼ਣ ਜਿਹੜੇ ਸੀ ਉਹਦੇ ਪਿੱਛੇ ਬਕਾਇਦਾ ਤੌਰ ਤੇ ਜਿਹੜੇ ਸੀ ਉਹ ਮੁਖੀ ਲਾਇਆ। ਉਹਨਾਂ ਦੇ ਮੁਖੀ ਲਾਉਣ ਤੋਂ ਬਾਅਦ ਇਹਦੀ ਜਾਂਚ ਸ਼ੁਰੂ ਹੋਈ ਤੇ 3 ਸਾਲਾਂ ਬਾਅਦ ਅੱਜ ਤੋਂ ਕੁਝ ਦਿਨ ਪਹਿਲਾਂ 4 ਵਿਅਕਤੀ ਗ੍ਰਿਫਤਾਰ ਕੀਤੇ। ਜੀ 4 ਪਹਿਲਾਂ ਹੋਏ। ਹਾਂਜੀ 29 ਕੇਸਾਂ ਦੇ ਵਿੱਚ ਇਹਨਾਂ ਨੇ ਪੁੱਛਗਿੱਛ ਕੀਤੀ, ਜਿਨ੍ਹਾਂ ਦੇ ਵਿੱਚੋਂ 20 ਦੀ ਜਿਹੜੀ ਸੀ ਉਹਨਾਂ ਨੇ ਇਨਕੁਆਇਰੀ ਸ਼ੁਰੂ ਕੀਤੀ ਤੇ 14 ਦੀ ਜਾਂਚ ਲਗਭਗ ਚੱਲ ਰਹੀ। 2 ਬੰਦੇ ਇਹਨਾਂ ਨੇ ਕੱਲ ਫਿਰ ਫੜੇ। ਇੱਕ ਘਾਟਮਪੁਰਾ ਤੇ ਰਾਮਸਰੀ ਨਿਵਾਸੀ, ਇਹ ਕਾਨਪੁਰ ਦਾ ਇਲਾਕਾ ਘਾਟਮਪੁਰਾ ਜੀ। ਉੱਥੋਂ ਇੱਕ ਗੱਡੀ ਬੱਸ ਭਰ ਕੇ ਲਿਆਂਦੀ ਗਈ ਜਿਹੜੇ ਦੰਗਾਕਾਰੀ ਸੀਗੇ। ਭਾਈ ਤੁਸੀਂ ਦੰਗੇ ਕਰਨੇ ਆ, ਤੁਹਾਨੂੰ ਸ਼ਰਾਬ ਵੀ ਪਿਆਵਾਂਗੇ, ਤੁਹਾਨੂੰ ਪੈਸੇ ਵੀ ਦੇਵਾਂਗੇ। ਉਹ ਜਿਹੜੀ ਗੱਡੀ ਸੀਗੀ ਉਹਦਾ ਡਰਾਈਵਰ ਕੌਣ ਸੀਗਾ? ਇੱਕ ਸਾਬਕਾ ਉੱਥੇ ਰਾਜ ਮੰਤਰੀ ਸੀ, ਉਹਦਾ ਭਤੀਜਾ ਸੀਗਾ ਕਾਂਗਰਸ ਰਗੇਸ਼ਵਰ ਸਿੰਘ। ਬਿਲਕੁਲ ਰਗੇਸ਼ਵਰ ਸਿੰਘ ਜਿਹੜਾ ਵਾ ਹੁਣ ਅਦਾਲਤ ਜਿਹਦੀ ਪਤਾ ਲੱਗਾ ਮੇਰਾ ਨਾਮ ਵੀ ਆ ਗਿਆ ਤੇ ਅਦਾਲਤ ਐਪਲੀਕੇਸ਼ਨ ਕੀਤੀ ਆ ਕਿ ਮੈਂ ਸਿੱਟ ਦੇ ਨਹੀਂ, ਮੈਂ ਅਦਾਲਤ ਦੇ ਕੋਲ ਆਤਮ ਸਮਰਪਣ ਕਰਨਾ ਚਾਹੁੰਦਾ। ਚੰਗੀ ਗੱਲ ਹੈ ਜੀ, ਕਰ ਦੇਣਾ ਚਾਹੀਦਾ। ਇਹਦੇ ਵਿੱਚ ਇੱਕ ਜਿਹੜੇ 2 ਬੰਦੇ ਫੜੇ ਗਿਆ, ਇੱਕ ਘਾਟਮਪੁਰ ਦੇ ਮਹੱਲਾ ਤਕੀਆ ਜਵਾਹਰ ਨਗਰ ਨਿਵਾਸੀ ਮੋਹਿਨ ਖਾਨ ਸ਼ਾਹੀ ਮੁਸਲਮਾਨ ਹੈ। ਇਹਦਾ ਮਤਲਬ ਦੰਗਾਕਾਰੀ ਸਨ, ਬਦਮਾਸ਼ ਜਿਹੜੀ ਬੱਸ ਕਰਕੇ ਜਾਂਦੀ, ਉਹਦੇ ਵਿੱਚ ਆਮ ਲੋਕ ਨਹੀਂ ਸੀ ਅੱਗੇ, ਜਿਹੜੀ ਇਮਿਊਨਿਟੀ ਆਮ ਲੋਕਾਂ ਨੇ। ਦੂਸਰਾ ਬੰਦਾ ਸੀ ਅਮਰ ਸਿੰਘ ਹਿਸਟਰੀ ਸ਼ਖਸੀਅਤ, ਜਿਹਦੇ ਤੇ ਪਤਾ ਨਹੀਂ ਪਹਿਲਾਂ ਤੇ ਕਿੰਨੇ ਕੇ ਕੇਸ ਦਰਜ ਸੀਗੇ। ਇਹਨਾਂ 2 ਵਿਅਕਤੀਆਂ ਨੂੰ ਹੁਣ ਪੁਲਿਸ ਨੇ ਸਿੱਟ ਨੇ। ਬਲੇਂਦੂ ਭੂਸ਼ਣ ਜਿਹੜਾ DIG ਉਹਦੀ ਰਿਪੋਰਟ ਆ, ਉਹਨੇ ਆਪਣੀ ਗੱਲ ਸੀ ਇਹ 2 ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਆ। ਇਹ ਬਾਕੀਆਂ ਦੀ ਗ੍ਰਿਫਤਾਰੀ ਜਿਹੜੀ ਆ ਅਸੀਂ ਥਾਂ ਤੇ ਛਾਪੇਮਾਰੀ ਕਰ ਰਹੇ ਹਾਂ।
बड़े अफसोस का करना पिया, कहना पिया ये कई हमलावर ते कई उस परिवार के गवाह जिहड़े मारे गए वो भी सारे खत्म हो चुके हैं। लेकिन इंसाफ की किरण अजे भी बहुत दूर दिखाई देती है। ये बंदे गिरफ्तार किए, मुकदमा चलूगा, जो गवाही कोई ना है तो फिर मुकदमे का की बनूगा, तुसीं नहीं जानते, असीं नहीं जानते। बिल्कुल बिल्कुल बिल्कुल। साडे लीडर सिख लीडर जिहड़े आ वो आपस में लड़ी जाते जी मैं जाके उत्थे काम किया जी, दूजा कहता जी मैं गया उत्थे जी, तीजा कहता जी मैं गया जी उत्थे। मैं समझदा कोई बेशर्मी की हद होगी। ये समा जिहड़ा वा क्रेडिट लैण दा नहीं, ये समा सिर्फ दोषियों को सजा दिलाउण दा। जे कुछ कर सकदे कर दिओ, जे नहीं कर सकदे ते घट्टो घट्ट भाई आके अखबार तमाशा ना ला। बिल्कुल बहुत वड्डी गल कही भट्टी साहब, तुसीं बहुत वड्डी गल। 9058132090581313 1984 ਦੇ ਸਿੱਖ ਕਤਲੇਆਮ ਦੇ ਜਿਹੜੇ ਨੇ 2 ਹੋਰ ਦੋਸ਼ੀ। ਹੁਣ ਸਾਰੀਆਂ ਖਬਰਾਂ ਤੁਸੀਂ ਪੜੋਗੇ ਹਿੰਦੀ ਦੀਆਂ ਪੰਜਾਬੀ ਦੀਆਂ, ਹਨਾ, ਇੱਕ ਅੱਧੀ ਕੋ ਟਾਵੀ ਜਾਗਦੀ ਜਮੀਰ ਵਾਲਾ ਜਿਹੜਾ ਉਹ ਲਿਖੂਗਾ ਸਿੱਖ ਕਤਲੇਆਮ, ਜਾਗਦੀ ਜਮੀਰ ਵਾਲਾ ਲਿਖੂਗਾ ਸਿੱਖ ਕਤਲੇਆਮ, ਨਹੀਂ ਤੇ ਲਿਖਣਗੇ ਸਿੱਖਾਂ ਦੇ ਦੰਗਿਆਂ ਦੇ ਵਿੱਚ 1984 ਦੇ ਦੰਗੇ। ਦੰਗੇ ਕੀ ਹੁੰਦੇ ਆ? ਬਰਾਬਰ ਦੇ ਫੜੇ ਹੁਣ ਹਥਿਆਰ, ਬਰਾਬਰ ਦੀਆਂ ਹੁਣ ਬੰਦੂਕਾਂ, ਬਰਾਬਰ ਦੇ ਹੁਣ ਉਹਨਾਂ ਕੋਲ ਛਵੀਆਂ ਗੰਡਾਸੇ, ਉਹਨੂੰ ਕਹਿੰਦੇ ਆ ਦੰਗੇ। ਦੋਨਾਂ ਧਿਰਾਂ ਬਰਾਬਰ ਖੜੀਆਂ ਹੋਣ ਉਹ ਦੰਗੇ ਆ ਦੰਗੇ ਹੁਣ ਹੁੰਦੇ ਨੇ ਜੇ ਹੁੰਦੇ ਹੋਣਗੇ। ਉਹ ਕਤਲੇਆਮ ਸੀ ਜਿਹਨੂੰ ਰਾਜਨਾਥ ਸਿੰਘ ਭਾਰਤ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਨੇ ਸਿੱਖ ਜੈਨੋਸਾਈਡ। 1997 98 99 2001 3 4 5 6 7 8 9 10 11 12 ਉਦੋਂ ਬਾਅਦ ਵੀ ਜਦੋਂ ਕਿਤੇ ਅਸੀਂ ਕਹਿੰਦੇ ਸਾਂ ਨਾ ਗੱਲ ਇਸ ਮੰਚ ਤੇ ਬੜੀਆਂ ਮਿਰਚਾਂ ਲੱਗਦੀਆਂ ਕਈਆਂ ਨੂੰ। ਇਹ ਗੱਲ ਨਾ ਕਰੋ, ਇਹ ਗੱਲ ਕਰਕੇ ਤੁਸੀਂ ਰੋਟੀ ਕਮਾਉਂਦੇ ਹੋ, ਛੱਡ ਦਿੰਦੇ ਆ, ਨਹੀਂ ਕਰਦੇ। ਆ ਕੰਜਰਪੁਣਾ ਕਰਦੇ ਨੇ, ਮਤਲਬ ਬਹੁਤ ਜ਼ਿਆਦਾ YouTube ਤੇ Facebook ਤੇ ਉਹ ਕੀ ਕਰਦੇ ਨੇ, ਤੁਸੀਂ ਉਹਨਾਂ ਦੇ ਵੀਵਰਸ ਬਣਦੇ ਹੋ, ਤੁਸੀਂ ਉਹਨਾਂ ਨੂੰ ਸ਼ੇਅਰ ਕਰਦੇ ਹੋ, ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ। ਉਹਨਾਂ ਦੇ ਘਰਾਂ ਦੇ ਵਿੱਚ ਮਣਾ ਮੋਹੀ ਨੋਟ ਜਾਂਦੇ ਨੇ ਭੱਟੀ ਸਾਹਿਬ ਉਹਨਾਂ ਦੇ ਘਰਾਂ 'ਚ। ਤੇ ਅਸੀਂ ਜਦੋਂ ਇਹੋ ਜਿਹੀ ਗੱਲ ਦਰਦ ਦੀ ਗੱਲ ਕਰਦੇ ਸਾਂ, ਇੱਕ ਤਬਕਾ ਤੇ ਸਾਡੇ ਨਾਲ ਨਾਰਾਜ਼ ਹੈ ਸੀ ਉਸ ਵਕਤ ਤੋਂ ਵੱਡੀ ਤਾਦਾਦ ਦੇ ਵਿੱਚ ਕਾਂਗਰਸ ਸੀ। ਅੱਜ ਉਹ ਭਾਜਪਾ ਹੀ 90% ਹੋਏ ਫਿਰਦੇ, ਅੱਜ ਉਹ ਭਾਜਪਾ ਹੀ ਨੇ। ਅਸੀਂ ਨਹੀਂ ਗੱਲ ਕਹਿਣ ਤੋਂ ਰੁਕਣਾ, ਅਸੀਂ ਕਹਿਣੀ ਹੈ ਸੱਚੀ ਇਹ ਗੱਲ। ਮੈਨੂੰ ਤੇ ਇੱਥੋਂ ਤੱਕ ਜਦੋਂ ਇੱਕ ਬ੍ਰਿਗੇਡੀਅਰ ਰਿਟਾਇਰ ਹੋ ਕੇ ਆਏ ਸਨ ਇੱਥੇ, ਮੈਂ ਇੰਟਰਵਿਊ ਕੀਤੀ, ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਕਹਿੰਦੇ ਜੀ 1984 ਦੇ ਦਰਬਾਰ ਸਾਹਿਬ ਦੇ ਜਦੋਂ ਅਟੈਕ ਹੋਇਆ ਤੇ ਜਿਹੜਾ ਟੈਂਕ ਸੀ ਮੇਰੀ ਕਮਾਂਡ ਹੇਠ ਸੀ, ਤੇ ਮੈਂ ਕਿਹਾ ਤੁਸੀਂ ਆਗਿਆ ਦਿੱਤੀ ਸੀ? ਮੇਰੇ ਸਟੂਡੀਓ ਦੇ ਵਿੱਚ ਆਏ ਸੀ, ਮਤਲਬ ਗੱਲ ਕਰਨ ਸਟੂਡੀਓ 'ਚ, ਮੈਂ ਕਿਹਾ ਤੁਸੀਂ ਆਗਿਆ ਦਿੱਤੀ? ਕਹਿੰਦੇ ਨਹੀਂ। ਤੇ ਮੈਂ ਕਿਹਾ ਉਹ ਭੇਡਾਂ ਬੱਕਰੀਆਂ ਸੀ ਖੁੱਲੀਆਂ ਫਿਰਦੀਆਂ ਸੀ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ, ਤੇ ਅੱਖਾਂ ਨਾਲ ਮੈਂ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਆਪ। ਅਗਲਾ ਪਤਾ ਕੀ ਕੁਐਸਚਨ ਸੀ ਉਹਦਾ? ਮੈਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਤੁਸੀਂ ਇੰਡੀਆ ਜਾਂਦੇ ਹੋ? ਮੈਂ ਕਿਹਾ ਹਾਂ ਮੈਂ ਜਾਂਦਾ, ਹਰ ਸਾਲ ਜਾਂਦਾ, ਇਹ ਮੇਰਾ ਰਾਈਟ ਆ। ਤੁਸੀਂ ਮੇਰੇ ਕੋਲ ਇੰਟਰਵਿਊ ਦੇਣ ਆਏ ਆ, ਤੁਸੀਂ ਕਹਿੰਦੇ ਮੇਰੀ ਅੰਡਰ ਕੰਟਰੋਲ ਸੀ, ਮੈਂ ਆਗਿਆ ਨਹੀਂ ਦਿੱਤੀ, ਤੇ ਫਿਰ ਉਹ ਖੁੱਲ ਕੇ ਚੱਲ ਗਏ ਤੁਹਾਡੀ ਪਰਮਿਸ਼ਨ ਤੋਂ ਬਗੈਰ। ਇਸ ਮੇਰੀ ਪੱਤਰਕਾਰੀ ਆ, ਮੈਂ ਸਵਾਲ ਪੁੱਛਦਾ ਤੁਹਾਨੂੰ, ਮੈਂ ਗੁੰਗਾ ਨਹੀਂ ਹੈ, ਤੁਹਾਡੀ ਗੱਲ ਸੁਣਨ ਵਾਸਤੇ ਨਹੀਂ, ਮੈਂ ਤੁਹਾਨੂੰ ਇੰਟਰਵਿਊ ਕਰਨ ਵਾਸਤੇ ਸੱਦਿਆ। ਸੋ ਇੱਥੋਂ ਤੱਕ ਗੱਲਾਂ ਨੇ। ਜਦੋਂ ਅਸੀਂ ਇਹ ਗੱਲ ਕਰਦੇ ਆ ਨਾ, ਅੱਜ ਬਹੁਤ ਜ਼ਿਆਦਾ ਮੀਡੀਆ, ਬਹੁਤ ਵਧੀਆ ਮੀਡੀਆ ਕੰਮ ਕਰਦਾ, ਬਹੁਤ ਵਧੀਆ ਕੰਮ ਸੋਸ਼ਲ ਨੈਟਵਰਕ ਮੀਡੀਆ ਦੇ ਉੱਤੇ, YouTube Facebook ਦੇ ਉੱਤੇ। ਕਾਸ਼ ਉਦੋਂ ਕਿਤੇ ਹੁੰਦਾ, ਪਤਾ ਲੱਗਦਾ ਵੀ ਕੀ ਸਵਾਲ ਤੇ ਕੀ ਜਵਾਬ ਹੁੰਦੇ ਰਹੇ ਨੇ। ਸੋ ਗੱਲ ਇਹ ਹੈ ਕਿ ਇਹ ਇੱਕ ਬੜੀ ਗਿਣੀ ਮਸੀ ਸਾਜ਼ਿਸ਼ ਸੀਗੀ, ਬੜੇ ਵੈਲ ਪਲਾਨ ਸੀ, ਇਹ ਦੰਗੇ ਨਹੀਂ ਸੀ। ਅੱਜ ਉੱਤੇ ਮੋਹਰ ਤਾਂ ਭਾਰਤ ਦੇ ਗ੍ਰਹਿ ਮੰਤਰੀ ਨੇ ਲਾਤੀ ਯਾਰ। ਤੁਸੀਂ ਸਾਨੂੰ ਉਦੋਂ ਕਹਿੰਦੇ ਸੀ, ਅੱਜ ਤੇ ਗ੍ਰਹਿ ਮੰਤਰੀ ਸਾਹਿਬ ਨੇ ਕਹਿ ਦਿੱਤਾ ਨਾ ਕਿ ਸਿੱਖ ਜੈਨੋਸਾਈਡ ਸੀ। ਤੁਸੀਂ ਉਹਨੂੰ ਕਿੱਦਾਂ ਚੈਲੰਜ ਕਰ ਲਓਗੇ? ਅਸੀਂ ਉਹਨੂੰ ਕਰਦੇ ਹਾਂ ਮਤਲਬ ਕੋਡ ਕਿ ਗ੍ਰਹਿ ਮੰਤਰੀ ਸਾਹਿਬ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਿੱਖ ਜੈਨੋਸਾਈਡ ਸੀ। ਕਿਹਾ ਇਹਨੇ ਕਿਹਾ? ਇਹਨਾਂ ਕਾਲਰ ਨੇ ਕਾਲ ਲੈ ਲੈਣੇ। ਹੈਲੋ Chara. Yes. Hello. Yeah. What happened? You've been up. Oh, I'm sorry. ਅਗਲੀ ਕਾਲ ਜਾਣ ਤੋਂ ਪਹਿਲਾਂ ਸਾਡੇ ਨਾਲ ਇੱਥੇ ਕੋਈ ਟੈਕਨੀਕਲੀ ਪ੍ਰੋਬਲਮ ਹੋਈ ਆ। ਜੋ ਸਾਹਿਬ ਦਾ ਫੋਨ ਆਇਆ ਜੀ, ਇੱਕ ਮਿੰਟ। ਗੇਮੀ ਜੋ ਆਪਣੇ ਭੱਟੀ ਸਾਹਿਬ, ਇੱਕ ਮਿੰਟ ਦਿਓ ਜੀ ਪਲੀਜ਼।
What happened? ਇਹਨੂੰ ਕਹਿੰਦੇ ਆ ਜੀ ਇੰਟਰਨੈਟ। ਹੈਲੋ ਯਾ ਨਾਓ ਆਮ ਓਕੇ। ਸੋ ਪ੍ਰੋਗਰਾਮ ਰਗਲਾ ਪੰਜਾਬ ਸਾਡੇ ਇੱਧਰੋਂ ਡਿਸਕਨੈਕਟ ਹੋ ਗਿਆ ਸੀਗਾ ਕਿਸੇ ਕਾਰਨ ਕਰਕੇ, ਟੈਕਨੀਕਲ ਜਿਹੜੀ ਗੱਲਾਂ ਬਾਤਾਂ ਸਾਡੇ ਰੇਡੀਓ ਤੇ ਨਹੀਂ ਜਾ ਸਕੀਆਂ। ਸੋ ਮੈਂ ਗੱਲ ਕਰ ਰਿਹਾ ਸੀਗਾ, ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸਰੋਤਿਆਂ ਨੇ ਤਾਂ ਸੁਣ ਲਿਆ, ਜਿਹੜੇ YouTube Facebook ਤੇ ਨੇ ਜਾਂ ਜਿਹੜੇ ਐਪ ਤੇ ਸੀ ਨਹੀਂ ਉਹਨਾਂ ਨੇ ਸੁਣ ਲਿਆ, ਜਾਂ ਜਿਹੜੇ IPTV ਬਾਕਸ ਤੇ ਸੀ ਉਹਨਾਂ ਨੇ ਸੁਣ ਲਿਆ, ਪਰ ਸਾਡੇ ਸਟੇਸ਼ਨ ਨਾਲੋਂ ਸਾਡਾ ਲਿੰਕ ਜਿਹੜਾ ਸੀ ਉਹ ਟੁੱਟ ਗਿਆ ਸੀ ਵੀ ਇੱਥੇ ਤਾਂ ਮੋਹਰ ਇਸ ਕਤਲੇਆਮ ਤੇ ਮੋਹਰ ਤਾਂ ਜੈਨੋਸਾਈਡ ਤੇ ਮੋਹਰ ਤਾਂ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਲਾ ਚੁੱਕੇ ਨੇ ਕਿ ਇਹ ਸਿੱਖ ਜੈਨੋਸਾਈਡ ਸੀ। ਚਲੋ ਅਗਲੀ ਕਾਲ ਲੈ ਲੈਣੇ ਜੀ। ਹੈਲੋ ਚਾਵਲਾ ਸਾਹਿਬ ਜੀ। ਪੱਟੀ ਸਾਹਿਬ ਸਤਿ ਸ੍ਰੀ ਅਕਾਲ। ਦੇਖੋ ਤੁਸੀਂ ਕਹਿੰਦੇ ਉੱਥੇ ਫੌਜ ਨਹੀਂ, ਮੈਂ ਤੁਹਾਨੂੰ ਸਾਰੀ ਫੌਜ ਗਿਣਾ ਦੇਣਾ। ਸਾਲ ਵਿੱਚ ਦੇਖੋ, ਛੋਟਾ ਸਵਾਲ ਰੱਖੋ ਜੀ ਪਲੀਜ਼, ਥੋੜਾ ਸਾਲ ਛੋਟਾ ਸਵਾਲ ਰੱਖਿਓ ਆਪਣੇ ਕੈਪਟਨ ਸਾਹਿਬ, ਪਲੀਜ਼ ਸਵਾਲ ਛੋਟਾ ਰੱਖਿਓ। ਮੈਂ ਤਾਂ ਤੁਹਾਨੂੰ ਫੌਜ ਬਾਰੇ ਦੱਸ ਰਿਹਾ ਵੀ ਉੱਥੇ ਕਿੰਨੀ ਫੌਜ। ਉਹ ਆਪਾਂ ਜਦੋਂ 1984 ਦੇ ਬਾਰੇ ਕਰਾਂਗੇ ਨਾ ਗੱਲ, ਖੋਲ ਕੇ 10 ਮਿੰਟ ਲੈ ਲਿਓ, ਪਰ ਅੱਜ ਸਵਾਲ ਕਰ ਲਓ ਤੁਸੀਂ। ਕੀ ਮਿਹਰਬਾਨੀ, ਚਲੇ ਗਏ ਨੇ। ਅੱਛਾ, ਰਾਸ਼ਟਰਪਤੀ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਉਮੀਦਵਾਰ ਜਿਹੜੇ ਨੇ ਉਹ ਹੁਣ ਸਾਹਮਣੇ ਆ ਗਏ ਨੇ। ਇੱਕ ਬਹੁਤ ਹੀ ਬੜੀ ਵੱਡੀ ਗੇਮ ਖੇਡੀ ਆ ਭਾਜਪਾ ਨੇ, ਹਾਂਜੀ ਬਹੁਤ ਅਹਿਮ। ਵੇਖੋ ਜਿਵੇਂ ਮੈਨੂੰ ਲੱਗਦਾ ਕਿ ਬਾਬਾ ਬਾਦਲ ਜਿਵੇਂ ਕੱਢਦਾ ਸੀ ਨਾ ਗੁਗਲੀ ਖੇਡਦਾ ਸੀਗਾ, ਪਤਾ ਨਹੀਂ ਲੱਗਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਹੜਾ ਬਣਨਾ ਨਾ। ਜਦੋਂ ਮੱਕੜ ਸਾਹਿਬ ਨੂੰ ਲਿਆਦਾ ਉਦੋਂ ਕੋਈ ਚਰਚਾ ਸੀਗੀ ਵੀ ਮੱਕੜ ਸਾਹਿਬ ਲੁਧਿਆਣੇ ਤੋਂ ਕਿਤੇ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ। ਹੋਰ ਕਿੰਨੇ ਨੇ ਮਤਲਬ ਜਿਹੜੇ ਅਹੁਦਿਆਂ ਤੇ ਬਿਠਾਏ ਨੇ, ਅਸੀਂ ਨਾਂ ਹੀ ਨਹੀਂ ਸੁਣੇ ਕਦੀ ਉਹਨਾਂ ਦੇ ਵੀ ਕੌਣ ਸੀ ਕੌਣ ਨਹੀਂ, ਹਨਾ। ਤੁਸੀਂ ਮੱਕੜ ਸਾਹਿਬ ਦੀ ਗੱਲ ਕੀਤੀ, ਮੈਂ ਉਸ ਹਾਊਸ ਮੌਜੂਦ ਸਾਂ ਜਦੋਂ 2007 ਦੀ ਪਹਿਲੀ ਵਾਰੀ ਪ੍ਰਧਾਨ ਬਣਾਇਆ। ਸਾਨੂੰ ਇਹ ਗੱਲ ਪਤਾ ਸੀ ਕਿ ਤਬਦੀਲੀ ਹੋਏਗੀ, ਇਹ ਨਹੀਂ ਪਤਾ ਲੱਗਦਾ ਬੰਦਾ ਕਿਹੜਾ ਹੈ। ਤੇ ਦਲਜੀਤ ਸਿੰਘ ਜੀ ਹੱਥ ਕੇ ਗਲੇ ਪੱਟੀ ਸਾਹਿਬ ਅੱਜ ਤੁਸੀਂ ਵੇਖੋ ਨਜ਼ਾਰਾ ਵੱਖਰਾ ਹੀ ਹੋਏਗਾ। ਇਹ ਸ਼ਬਦ ਸਿੰਘ ਦੇ ਮੈਂ ਇਹ ਗੱਲ ਲਿਖੀ ਵੀ ਸੀ ਕਿ ਐਲਪੀ ਸੱਪ ਵੱਡੇ ਕੱਢੇ ਦੇ ਲੱਗੇ। ਤੇ ਜਦੋਂ ਅਵਤਾਰ ਸਿੰਘ ਮੱਕੜ ਦਾ ਨਾਮ ਪੇਸ਼ ਕੀਤਾ ਗਿਆ ਸੀ ਹਾਊਸ ਦੇ ਵਿੱਚ, ਤੇ ਕੁਝ ਸ਼ਾਇਕਰ ਜਿਹੜਾ ਛਮਾਟਾ ਛਾਇਆ ਗਿਆ ਵੀ ਇਸ ਨਾਂ ਦਾ ਬੰਦਾ ਹਾਊਸ ਹੈਗਾ। ਸਰਦਾਰ ਮੱਕੜ ਜਿਹੜੇ ਸੀ, ਜਸਵਰ ਮੱਕੜ ਜਿਹੜੇ ਸੀ, ਆਪਣੇ ਕੁਝ ਸਕਿੰਟਾਂ ਵਿੱਚ ਆਪਣੀ ਬੱਤੇ ਗੁੱਡ ਲੱਤਾਂ ਗੁੱਡੇ ਸੰਭਾਲ ਕੇ ਬੜੀ ਮੁਸ਼ਕਲ ਨਾਲ ਉੱਠੇ ਸੀਗੇ। ਤੇ ਮੈਨੂੰ ਯਾਦ ਆ ਵੀ ਸੁਰਮਈ ਰੰਗ ਦਾ ਇਹਨਾਂ ਨੇ ਕੁੜਤਾ ਪਜਾਮਾ ਪਾਇਆ ਸੀ, ਸ਼ਾਇਦ ਪੂਰੀ ਤਰ੍ਹਾਂ ਪ੍ਰੈਸ ਵੀ ਨਹੀਂ। ਪੱਗ ਦਾ ਨੀਲੀ ਰੰਗ ਦਾ ਰੰਗ ਥੋੜਾ ਫੇਡ ਹੋਇਆ ਸੀ। ਜਦੋਂ ਸਿੱਧੇ ਆਪਣੀ ਲੱਤਾਂ ਪਰ ਘਸੀੜਦੇ ਸਟੇਜ ਤੇ ਆ ਕੇ ਬੈਠੇ ਤੇ ਬੋਲਣ ਦੀ ਯਾਦ ਸੀ, ਚੱਕਣ ਦੀ ਗੱਲ ਨਹੀਂ, ਬੋਲਣ ਦੀ ਯਾਦ ਨਹੀਂ ਰੱਖੀ। ਬੜੇ ਤਰੀਕੇ ਤੇ ਸਲੀਕੇ ਨਾਲ ਨੇ ਗੱਲਬਾਤ ਕੀਤੀ ਤੇ ਇੰਨਾ ਪਹਿਲਾਂ ਡਰਦਾ ਹੁੰਦਾ ਸੀ ਪ੍ਰੈਸ ਤੇ, ਜਦੋਂ ਪੁੱਛਦਾ ਪ੍ਰੈਸ ਤੇ ਮੈਂ ਕਹਿਣਾ ਕੀ ਲੇਕਿਨ ਅੱਛਾ ਗੱਲ ਨਹੀਂ, ਏਦਾਂ ਨਹੀਂ ਯਾਰ ਕੀ ਦੱਸ ਕੇ ਗੱਲ ਕਿੱਧਰ ਚੱਲ ਜਾਂਦੀ ਹੈ। ਤੇ 5 ਸਾਲਾਂ ਤੇ ਇਹਨਾਂ ਟ੍ਰੇਨ ਹੋ ਗਿਆ ਸੀ, ਔਰ ਮੈਂ ਇਹ ਗੱਲ ਸੋਚ ਸਿਰਫ ਇੱਕ ਬੰਦੇ ਪ੍ਰੈਸ ਵਾਲਾ 2 ਚਲੇ ਗਿਆ, 3 ਚਲੇ ਗਏ, ਤੁਹਾਡੇ ਨਾਲ ਗੱਲ ਕਰ ਲੈਣਗੇ। ਲੇਕਿਨ ਮੱਕੜ ਸਾਹਿਬ ਤੋਂ ਜਦੋਂ ਬਾਅਦ ਬਦੂੰਗਰ ਸਾਹਿਬ ਆਏ ਆ, ਜੋ 2001 ਚ ਪ੍ਰਧਾਨ ਬਣਦੇ, 2003 ਛੱਡਦੇ ਨੇ, ਉਹਨਾਂ ਦਾ ਤੇ ਉੱਤੇ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਕਿ ਇਹਨੇ ਕੋਈ ਬੈਰਿੰਗ ਲਾਤੇ ਸੀ। ਪਹਿਲਾਂ ਪੁਲਿਸ ਖੜੀ ਹੈ, ਫਿਰ ਅੱਗੇ ਉਹਨਾਂ ਦੇ ਸੇਵਾਦਾਰ ਖੜੀ, ਫਿਰ ਅੱਗੇ ਉਹਨਾਂ ਦਾ PA ਖੜਾ ਵਾ। ਮਤਲਬ ਪੱਤਰਕਾਰ ਨੇ ਮਿਲਣਾ ਬੰਦ ਕਰਤਾ ਸੀ, ਮਿਲਣੇ ਵੀ ਕਿਵੇਂ ਧਰਮ ਲੱਗ ਜਾਣਾ ਸੀ, ਜਿਹਦੇ ਕਰਕੇ ਗਿਰਾਵਟ ਆਈ ਸ਼੍ਰੋਮਣੀ ਕਮੇਟੀ ਪ੍ਰਬੰਧਕ ਨੇ। ਬਲਕ ਉਹ ਵੱਡੀ ਗਿਰਾਵਟ ਉੱਤੋਂ ਸ਼ੁਰੂ ਹੋਈ ਆ। ਚਲੋ ਮੱਕੜ ਸਾਹਿਬ ਵੀ ਵੈਸੇ ਉਦਾਂ ਖਰਵਾ ਹੀ ਬੋਲਦੇ ਸੀਗੇ ਪੱਤਰਕਾਰਾਂ ਨੂੰ, ਮੈਂ 2 ਵਾਰੀ ਇੰਟਰਵਿਊ ਦੀ ਉਹਨਾਂ ਨੂੰ ਬਸ ਉਹ ਪਤਾ ਨਹੀਂ ਕਿਹੜੀ ਟੁੱਟੀ ਦਾ ਪਾਣੀ ਬੀਬੀ ਜਗੀਰ ਕੌਰ ਨੇ ਵੀ ਪੀਤਾ ਹੈ, ਪੱਤਰਕਾਰਾਂ ਨੂੰ ਵੀ ਉਹ ਵੀ ਟੁੱਟ ਕੇ ਪੈਂਦੀ। ਪ੍ਰਧਾਨਗੀ ਦਾ ਉਹਦਾ ਬੜਾ ਵੱਡਾ ਹੁੰਦਾ। ਖੈਰ ਜੀ ਆਪਾਂ ਚਲੀਏ ਤੇ ਜੇ ਆਪਾਂ ਗੱਲ ਕੀਤੀ ਰਾਸ਼ਟਰਪਤੀ ਦੀ, ਇਹ ਕਿੱਥੋਂ ਲਿਆਂਦਾ ਕੱਢ ਕੇ ਦ੍ਰੋਪਦੀ ਮੁਰਮੂ, ਹਾਂਜੀ ਨਾ ਪਹਿਲੀ ਵਾਰੀ ਮੇਰੇ ਖਿਆਲ ਚ ਉੱਥੋਂ ਦਾ ਕੰਮ ਪਹਿਲਾਂ ਉਹਨਾਂ ਨੇ ਕੀਤਾ ਹੋਊਗਾ, ਤਾਂ ਹੀ ਇਹਨਾਂ ਤੇ ਉਹ ਰਡਾਰ ਤੇ ਹੋਣਗੇ ਨਾ ਵੀ ਆਹ ਖੇਡ ਖੇਡੀਏ। ਹਾਂਜੀ ਸੋ ਪਿਛੋਕੜ ਵੇਖੋ ਜਿਹੜੀ ਦ੍ਰੋਪਦੀ ਮੁਰਮੂ ਜੀ, ਇਹ ਭਾਜਪਾ ਦੀ ਪੁਰਾਣੀ ਵਰਕਰ ਤੇ 2007 ਦੇ ਵਿੱਚ 2009 ਦੇ ਵਿੱਚ ਬਕਾਇਦਾ ਤੌਰ ਤੇ ਭਾਜਪਾ ਦੀ MLA ਰਹੀ ਹੋਈ ਸੀ।
झारखंड की गवर्नर ही मिली है, एक बारी मिनिस्टर भी बनी है, ये नवी नहीं। आप इसे मंच से एक बारी गल की थी कि ऐसी राष्ट्रपति कोई कबायली या बीबी बनेगी राष्ट्रपति की, जो आप संकेत दे रहे थे मोदी साहब। और आप दूजे पासे चले गए कि नंदी बैन बहुत नेड़े उन्होंने नंदी बैन बनाउणगे, लेकिन साडी जी औरत वाली रखवाली से साफ होगी कि बीबी द्रौपदी मुर्मू ने अपना कैंडिडेट ला दिता। पक्की गल उन्हें बन भी जाना है, कोई शक वाली गल नहीं है, उन्हें बन जाना है। ये राय रवि नगर तो भाजपा की टिकट 2007 से 2009 MLA चुने की 5 साल पहला भी उन्हें जो प्रणब मुखर्जी राष्ट्रपति बने है ना, उदो उम्मीदवार थी, लेकिन उदो नहीं खड़ा किया गया। जी बीजेपी 2007 बीजेपी सरकार बनी थी, कमर्स ट्रांसपोर्ट फिशरी एनिमल हस्बेंड्री विभाग की बंदश कर रही है। आपको मुझे लगता कि नवी बिल्कुल नवी नहीं है, ये पुरानी वर्कर भाजपा देगी जिसे करके मौका दिता गया, इन्हें मौका तो दिता गया, इन्हों मौका देने का ममता बनर्जी बराबर एक बीबी खड़ी करना। बीबी तू कंधी उस इलाके की मांग नहीं है, किसी होर भी मांग के बस 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 झारखंड भी तो साडा पुजेगा, बिहार भी पुजेगा, उड़ीसा भी पुजेगा, बंगाल भी पुजेगा। उड़ीसा के पिछले 30-35 साल से उत्थे पटनायक सरकार बनती रही है, पहला बीजेपी पटनायक की हंगरी पटनायक, ਇਹਦਾ ਬੈਨੀਫਿਟ ਵੀ ਉੱਥੇ ਭਾਜਪਾ ਦੇ ਪਿੱਛੇ ਗਿਆ। ਉਹ ਬੜੀ ਸਕੀਮਾਂ ਬੜੀਆਂ ਨੇ ਮੇਰੇ ਭਾਜਪਾ ਵਾਲੇ ਨੇ, ਕਈ ਸਕੀਮਾਂ ਬੰਦੇ ਨੇ ਪਹੁੰਚੇ ਲੋਕ ਹੁੰਦੀ ਹੈ। ਜਸਵੰਤ ਸਿਨਹਾ 1960 ਤੋਂ ਲੈ ਕੇ 1984 ਤੱਕ ਬਕਾਇਦਾ ਤੌਰ ਤੇ IAS ਅਫਸਰ ਰਹੇ, 24 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਕੇ ਉਦੋਂ ਭਾਜਪਾ ਸ਼ਾਮਲ ਹੋਏ, ਫਿਰ ਭਾਜਪਾ ਨੇ 2 ਸੀਟਾਂ ਫਿਰ ਭੇਜੀਆਂ। उस तो बाद जनता दल 1999 के गए, फिर ये मिनिस्टर भी बने, 1996 भाजपा से वापस आए। ये बहुत नेड़े सन अटल बिहारी वाजपेयी थी, वो इन्होंने बहुत नेड़े रखती, सलाह हर तक मिलती थी। ये भाजपा ने उदो जुड़े रहे मुड़ के 2009 आके इन्होंने भाजपा छड़ दी। नहीं सी बनती मोदी साहब तो मोदी साहब के खिलाफ दोनों जसवंत सिन्हा और जसवंत सिंह बहुत बोलते रहे। ईवन इतों तक जी सारी श्रीमती राणी वो भी कड़िल करते होंगी थी मोदी ने जब मुख्यमंत्री आके माफी मंग ली, जिन्हें आके माफी मंग ली वो तो मोदी साहब के नेड़े हो गए, जेडे अड़े रहे खड़े रहे वो नहीं आ सके। गुजरात जदों बहुत डिटेल बताइए आप, पिछले साल ही TMC ज्वाइन की उप प्रधान बनाया गया है। इन्हों तो पहला जयगोपाल गांधी, फरूक अब्दुल्ला, गुलाम नबी आजाद होर भी कई बंदे को कहा गया भाई तुम राष्ट्रपति चुन लो तो नहीं जी किसी को मौका देती। जसवंत सिंह ने क्या मतलब बिल्कुल चुन लड़ूंगा, डट के चुन लड़ूंगा, नहीं कोई गल खड़ा। इस करके विरोधी धिर में 13 पार्टियां की कल मीटिंग हुई थी, जसवंत सिन्हा सर्वसम्मति जरा वा विरोधी धिर ने अपना राष्ट्रपति उम्मीदवार चुनिया गया। दोहत मुकाबला होगा जी, जसवंत सिन्हा जितेगा हारे बात की गल, लेकिन इतिहास के पन्ने पर लिखा जाए कि जसवंत सिन्हा राष्ट्रपति की चोन लड़ी जी। अच्छा पाटी साहब समा वेखो किन्ना बलवान आ, कल तक नवजोत सिद्धू ते सरदार बिक्रमजीत सिंह मजीठिया चर्चा दे विच रहिंदे सन, रोज कोई ना कोई बयान, रोज कोई ना कोई बयान, रोज कोई ना कोई। समा वेख लो अज दोनों जेल दे विच ने, है ना, अज शांति है कोई अपनी गलबात विच उन्हां दा जिक्र मैं तां करके कर लगा कि समा वेखो इन्हां दा फेर आउणा, इन्हां ने बाहर आउणा, उन्हें भी आ जाना, उन्हें भी आ जाना, उन्हें भी ठीक हो जाना, उन्हें भी ठीक हो जाना। लारेंस बिश्नोई दा अदालत ने 5 दिन का होर रिमांड दिता, परंतु उस तो पहला जेल में एक होर आगू गया, उसकी गल कर लीए, वो है विजय सिंगला आप दा। हाई कोर्ट तो उन्होंने भी राहत नहीं मिली। आप जो गल्लां करदे सी राहत दियां है ना,
ਵੀ ਚਲੋ ਜੀ, ਜੀ, ਜੀ। ਮਜੀਠੀਆ ਸਾਹਿਬ ਨੂੰ ਰਾਹਤ ਆ ਮਿਲ ਗਈ, ਉਹ ਵੀ ਮਿਲ ਗਈ, ਉਹ ਵੀ ਮਿਲ ਗਈ ਹੈ ਨਾ। ਸੋਸ਼ਲ ਨੈਟਵਰਕ ਮੀਡੀਆ 'ਤੇ ਇਹ ਦੋਨੋਂ ਹੀ ਗਾਇਬ, ਅਖਬਾਰਾਂ ਦੇ ਵਿੱਚੋਂ ਦੋਨੋਂ ਹੀ ਗਾਇਬ, ਹੋਰਡਿੰਗ ਬੋਰਡਾਂ ਤੋਂ ਦੋਨੋਂ ਗਾਇਬ, ਕੋਈ ਬਿਆਨ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਵਿਜੇ ਸਿੰਗਲਾ ਦੀ ਗੱਲ ਕਰੀਏ ਤਾਂ ਉਹ ਹਾਈ ਕੋਰਟ ਨੇ ਉਹਨਾਂ ਨੂੰ ਵੀ ਰਾਹਤ ਨਹੀਂ ਦਿੱਤੀ, ਅਤੇ ਇਹ ਦੋਨਾਂ ਦਾ ਕੋਈ ਸ਼ਾਂਤ ਹੈ ਇਸ ਵਕਤ ਮਾਹੌਲ। ਕੱਲ੍ਹ ਤੱਕ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਵੇਂ ਇੱਕ ਦੂਜੇ ਦੇ ਨਾਲ ਮਿਹਣਿਓ ਮਿਹਣੀ ਹੁੰਦੇ ਸੀ, ਅੱਜ ਵੇਖ ਲਓ। ਚਾਵਲਾ ਸਾਹਿਬ, ਮੈਂ ਛੋਟੀ ਗੱਲ ਕਰਨ ਲੱਗਾ। ਇੱਕ ਮੈਨੂੰ ਮੈਂ ਪੜ੍ਹਿਆ ਆਪਣੇ ਵਟਸਐਪ ਦੇ ਉੱਤੇ, ਉਹਦੇ ਬੜਾ ਪਿਆਰੀ ਸੀ ਲਿਖੀ ਸੀ। ਇੱਕ ਟੀਚਰ ਹੈ, ਉਹ ਬੱਚਿਆਂ ਨੂੰ ਪੁੱਛਦੀ ਵੀ ਧਰਮਸੋਤ ਕੌਣ ਸੀਗਾ। ਅੱਗੋਂ ਬੱਚੇ ਕੀ ਜਵਾਬ ਦੇंगे, ਕਹਿੰਦੇ ਮੈਡਮ ਜੀ ਇੱਕ ਗਰੀਬ ਸਾਧੂ ਸੀ, ਲੱਕੜਾਂ ਵਿੱਚ ਕੀ ਆਪਣਾ ਗੁਜ਼ਾਰਾ ਕਰਦੇ। ਧਰਮਸੋਤ ਬੱਚੇ ਵੀ ਬੜੇ ਤੇਜ਼ ਹੁੰਦੇ ਆ। ਹਾਂ। ਮੈਂ ਇੱਥੇ ਆਇਆ ਨਾ ਜੀ, ਰਿਮੋਟ ਤੇ ਵੀ ਗਿਆ ਸੀ ਮੈਂ, ਉੱਥੇ ਜਿੱਦਾਂ ਬਾਹਰ ਤੱਕ ਪਿੰਡ ਹੈ ਉੱਥੇ ਗਿਆ ਸੀ। ਉੱਥੇ ਦੇ ਬੱਚੇ ਸੀ ਨਾ, ਉਹਨਾਂ ਦੇ ਤੁਸੀਂ ਘੱਟ ਨਹੀਂ ਬੈਠ ਕਿਤੇ ਨਹੀਂ ਮਿਲੇਗੇ। ਹਰ ਕਮਰੇ ਥੱਲੇ ਗਲੀਚੇ ਦਿਖੇਗੇ, ਨਾਲ ਕੰਬਲ ਨੇ, ਨਾਲ ਪਿਛਲੇ ਪਾਸੇ ਕੁਸ਼ਨ ਨੇ, ਸਰਾਣੇ ਨੇ। ਤੁਸੀਂ ਆਪ ਬੈਠੋ ਉੱਥੇ ਗੱਲਾਂ ਬਾਤਾਂ ਕਰੋ। ਮੇਰੇ ਘਰੇ ਤੇਰੇ ਪਿੰਡ ਦੇ ਬੱਚੇ ਕਿਹੜੇ ਕਿਹੜੇ ਪੁੰਜੇ ਬੈਠਦੇ ਨੇ, ਪੁੰਜੇ ਬੈਠਦੇ ਨੇ, ਸੁਣਦੇ ਹੀ ਭੁੱਲਦੇ ਨੇ। ਉਹ ਬੱਚੇ ਜਿਹੜੇ ਸੀ ਇੰਨੇ ਸਵਾਲ ਵਧੀਆ ਕਰਦੇ ਸੀਗੇ, ਇੰਨੇ ਇੰਟੈਲੀਜੈਂਟ ਬੱਚੇ ਸੀ, ਮੈਨੂੰ ਕਈ ਵਾਰੀ ਲਾਗਲਾ ਕੱਟੇ। ਤੇ ਸਿੱਧੂ ਮੂਸੇਵਾਲੇ ਦੇ ਉਹ ਬੱਚੀਆਂ ਸਾਰੇ ਹੀ ਖੈਰ। ਬਹੁਤ ਸਾਰੀਆਂ ਮੈਂ ਟੈਕਸੀਆਂ ਦੇਖੀਆਂ ਜਿਨ੍ਹਾਂ ਦੀ ਸਿੱਧੂ ਮੂਸੇਵਾਲੇ ਦੀ ਗਾਣੇ ਚੱਲਦੀ। ਉਹ ਬੱਚੇ ਆਪਣੇ ਆਪ ਨੂੰ ਪ੍ਰੇਰਨਾ ਸੁੱਧ ਮੰਨਦੇ ਸੀ ਸਿੱਧੂ ਮੂਸੇਵਾਲੇ, ਉਹਦੀ ਸੀ ਆਸਮੀ ਵੀ ਮੰਨਦੇ ਸੀ। हर बच्चे के मुंह देते सिद्धू मूसेवाला को कैसे मारा, क्यों मारा गया, हमारा तो बड़ा इश्क था, उसको बांधते हमसे बगा नहीं सुनते। मैं क्या हमको पंजाबी समझाती तो बात सुनती रहती, छोड़ देते। तो बच्चे में क्या नहीं, क्या एक बच्चा था, वो उम्र सारी मेरे ख्याल सारी 34 लाख पढ़ना चाहिए। वो बड़ा इंटरप्रेटर कि जिन्हों हिंदी नहीं आती जी, वो कोई भी लेडी आती थी, जेंट होना सी, थोड़ा आंसर सी दसदी सी, ये तो नहीं की रही है, तुझे नहीं किया, वो दसदी सी लगी। एक बहुत बढ़िया तो भाषा सी, कितनी छोटी उम्र। एक बच्ची यूके च पढ़ती थी, यूके जी बहुत छोटी क्लास है, बड़ी सोहनी हिंदी च गलबात करती। मेरे तो नाम सी, वो भी इंटरप्रेटर सारी करती थी, कई बार दो वो गल नहीं करते, वो करती होती थी भाषा। वो मां को हिंदी नहीं देती, तेरा पुलिस दे देती है। दो भैन सीगा, सब तो वड्डी गल चावला साहब, ਉਹਨਾਂ ਦੇ ਵਿੱਚ ਬੱਚੀ ਨੂੰ ਪੇੜ ਤੇ ਮਾਰਨਾ ਬੜਾ ਤਕੜਾ ਗੁਨਾਹ ਗਿਣਿਆ ਜਾਂਦਾ ਤੇ ਫਿਰ ਬੱਚਿਆਂ ਦੀ ਗਿਣਤੀ ਜ਼ਿਆਦਾ ਤੇ ਬੱਚਿਆਂ ਮੁੰਡਿਆਂ ਦੀ ਗਿਣਤੀ ਘੱਟ। ਇੱਕ ਲੜਕੀ ਮੈਕ ਸੀਗੀ, ਸ਼੍ਰੀਨਗਰ ਪੜ੍ਹਦੀ ਸੀ। ਮੈਂ ਉਹਨੂੰ ਪੁੱਛਿਆ ਬੱਚੇ ਨੂੰ ਦੱਸੋ ਤੁਹਾਡੀ ਕਲਾਸ ਕਿੰਨੇ ਸਟੂਡੈਂਟ, ਕਹਿੰਦੀ 29 ਕੁੜੀਆਂ ਤੇ 19 ਮੁੰਡੇ। ਮਤਲਬ ਮੁੰਡਿਆਂ ਦੀ ਗਿਣਤੀ ਘੱਟ ਆ, ਕੁੜੀਆਂ ਦੀ ਗਿਣਤੀ ਜ਼ਿਆਦਾ ਆ। ਜਿਹੜੀ ਬੱਚਿਆਂ ਨੂੰ ਪੇੜ ਚ ਮਾਰਨ ਤੇ ਅਬੋਰਸ਼ਨ ਕਰਨਾ ਉਹ ਬੜਾ ਤਕੜਾ ਗੁਨਾਹ ਬਣਦਾ। ਇਸ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਹੁਣ, ਕਿੱਥੇ ਕਿਹੜਾ ਸਵਾਲ ਚੱਕਦਾ ਜੀ? ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਜੀ, ਉਹ ਕੁਦਰਤ ਦੀ ਜਿਹੜੀ ਉਹ ਮਤਲਬ ਰਜਾ ਦੇ ਵਿੱਚ ਰਾਜੀ ਨੇ। ਸੋ ਜਿਹੜਾ ਵੀ ਆਉਣਾ ਜੀਵ ਇਸ ਸੰਸਾਰ ਤੇ ਉਹ ਕੁਦਰਤ ਦੇ ਅੱਗੇ ਆੜੇ ਨਹੀਂ ਬਣਦੇ, ਪਰ ਕੁਝ ਲੋਕ ਹਨ ਜਿਹੜੇ ਕੁਦਰਤ ਨੂੰ ਚੈਲੰਜ ਕਰਦੇ ਨੇ। ਖੈਰ, ਹੱਥਾਂ ਨਾਲ ਦਿੱਤੀਆਂ ਕਿਸੇ ਵੇਲੇ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਮੈਂ ਵਿਜੇ ਸਿੰਗਲਾ ਨੂੰ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਤੋਂ ਰਾਹਤ ਨਹੀਂ ਮਿਲੀ, 1-2 ਮਿੰਟ ਹੀ ਨੇ ਸਾਡੇ ਕੋਲ। ਵਿਜੇ ਸਿੰਗਲਾ ਕੋਲ ਇੱਕ ਤੋਂ ਵਿਜੇ ਸਿੰਗਲਾ ਜਿਹੜੇ ਆਪਣੇ ਮੰਤਰੀ ਕਹਿੰਦੇ ਅਸੀਂ ਫੜ ਕੇ ਅੰਦਰ ਦਿੱਤੇ, ਠੀਕ ਹੈ, ਸਿੰਗਰ ਕੀਤਾ ਤੁਸੀਂ। ਤੁਸੀਂ ਦੇਸ਼ ਦੇ ਵਿੱਚ ਬਹੁਤ ਜਿਹੜੇ ਨਾ ਮੈਨੂੰ ਐਮਐਲਏ ਮਿਸਟਰ ਬਣਨ ਤਿਆਰ ਨਹੀਂ ਹੈਗੇ, ਜਿਹੜੇ ਬੜੇ ਕਾਲੇ ਪਏ ਸੀ ਨਾ, ਸਭ ਚੁੱਪ ਕਰਕੇ ਬੈਠੇ, ਪਤਾ ਨਹੀਂ ਯਾਰ ਗਲਤੀ ਜਿਹੜੀ ਕਿੱਥੇ ਵਾਰੀ ਆ ਗਈ। ਇਸ ਕਰਕੇ ਵਿਜੇ ਸਿੰਗਲਾ ਆਪਣੀ ਬੇਲ ਲੈਣ ਵਾਸਤੇ ਹਾਈ ਕੋਰਟ ਗਏ ਸੀ ਤੇ ਹਾਈ ਕੋਰਟ ਨੇ ਜੁਲਾਈ ਦੀ ਤਰੀਕ ਪਾਤੀ, ਕੋਈ ਰਾਹਤ ਨਹੀਂ ਦਿੱਤੀ। ਹੁਣ ਜੁਲਾਈ ਚ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ, ਜਿਵੇਂ ਭਾਰਤ ਭੂਸ਼ਣ ਜਿਹੜਾ ਆਸ਼ੂ ਸੀ, ਭਾਰਤ ਭੂਸ਼ਣ ਆਸ਼ੂ ਨੂੰ 6 ਜਣੇ ਦਾ ਟਾਈਮ ਦੇ ਦਿੱਤਾ ਉਹਨਾਂ ਨੇ
ਤੇ 6 ਜੁਲਾਈ ਤੋਂ ਪਹਿਲਾਂ ਵਿਜੀਲੈਂਸ ਕੋਈ ਵੀ ਕਾਰਵਾਈ ਕਰ ਸਕਦੀ ਹੈ ਉਹਦੇ ਖਿਲਾਫ। ਜੀ ਆਪਾਂ ਤਾਂ ਜਿਹੜੇ ਕਿ ਦੱਸੋ ਵੀ ਕਿਹੜੇ ਕਿਹੜੇ ਅਫਸਰ ਤੇ ਟਾਰਗੇਟ ਤੇ ਹੈਗੇ। ਜੀ 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 ਅਫਸਰ ਵੀ ਹੈਗੇ ਨੇ ਬੜੇ ਨੇ, ਪਰ ਸੱਤ ਵਿਅਕਤੀ ਟਾਰਗੇਟ ਤੇ ਹੈਗੇ ਨਾਲ ਉਹਨਾਂ ਦੀ ਕਿਸੇ ਵਾਲੇ ਸੱਤਾਂ ਦੀ ਗ੍ਰਿਫਤਾਰੀ ਹੋ ਸਕਦੀ ਜੀ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਬਾਕੀ ਜੇ ਸ਼ਾਮ ਨੂੰ ਲੈਣਾ ਵਜੇ ਤੁਸੀਂ ਦੱਸ ਦੇ ਪਹਿਲਾਂ ਮੈਂ ਤਿਆਰੀ ਕਰ ਸਕੂੰਗਾ। ਕੋਈ ਗੱਲ ਨਹੀਂ ਤੁਹਾਡੀ ਰਾਤ ਬਣੀ ਹੈ, ਸਾਡਾ ਦਿਨ ਹੋਣਾ, ਉਹਦੇ ਮੈਂ ਜਾਂਚ ਹੋ ਰਹੀ। ਕੋਈ ਗੱਲ ਨਹੀਂ ਭੱਟੀ ਸਾਹਿਬ, ਨੋ ਪ੍ਰੋਬਲਮ, ਇੰਜੋਏ, ਹੈਵ ਅ ਨਾਈਸ ਟ੍ਰਿਪ, ਥੈਂਕ ਯੂ ਵੈਰੀ ਮਚ, ਹੈਵ ਅ ਨਾਈਸ ਜਰਨੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।